अस्सलाम वालेकुम मेरी तरफ सारे मैंबर्स ਨੂੰ ਸਲਾਮ। ਚੋਈ ਸਾਹਿਬ ਇਹ ਤੁਸੀਂ ਦੱਸੋ ਕਿ ਪਾਕਿਸਤਾਨ ਵਿੱਚ ਇਸ ਵਕਤ ਕਿਹੜੀ ਕਿਹੜੀ ਨਸਲ ਜਿਹੜੀ ਹੈ ਉਹ ਭੈਂਸ ਦੀ ਜਿਹੜੀ ਹੈ ਨਾ ਉਹ ਫੇਮਸ ਹੈ ਤੇ ਕਿਹੜੀ ਕਿਹੜੀ ਜ਼ਿਆਦਾ ਪਾਈ ਜਾਂਦੀ ਹੈ ਤਾਂ ਉਹਨਾਂ ਦੀ ਖਸੂਸੀਅਤ ਦੇ ਬਾਰੇ ਥੋੜਾ ਜਿਹਾ ਸ਼ੇਅਰ ਕਰੋ ਨਾ। ਜ਼ਿਆਦਾ ਫੇਮਸ ਤੇ ਨੀਲੀ ਰਾਵੀ ਹੈ। ਨੀਲੀ ਜਿਹੜੀ ਹੈ ਉਹ ਨੀਲੀ ਏਰੀਆ ਦੀ ਭੈਂਸ ਹੈ, ਠੀਕ ਹੈ। ਉਹਦਾ ਜਿਹੜਾ ਮੂੰਹ ਤੇ ਪਤਲਾ ਹੁੰਦਾ ਹੈ, ਲੰਬਾ, ਠੀਕ ਹੈ। ਗਰਦਨ ਦੀ ਲੰਬੀ ਹੁੰਦੀ ਹੈ ਤੇ ਸਕਿਨ ਜਿਹੜੀ ਚਮੜੀ ਹੈ ਬਹੁਤ ਬਰੀਕ ਹੁੰਦੀ ਹੈ ਤੇ ਦੂਸਰੇ ਦਾ ਪੂਛਲ ਵੀ ਜਿਹੜਾ ਨਾ ਉਹ ਛੋਟਾ ਹੁੰਦਾ ਹੈ, ਪਤਲਾ ਹੁੰਦਾ, ਬਹੁਤ ਪਤਲਾ ਪੂਛਲ ਹੁੰਦਾ ਹੈ ਤੇ ਕੋਲੀ ਉਸ ਮੱਝ ਦੀ ਨਹੀਂ ਹੁੰਦੀ ਹੈ, ਠੀਕ ਹੈ। ਬਹੁਤ ਛੋਟੀ ਹੁੰਦੀ ਹੈ ਕੋਲੀ। ਇਹ ਤੇ ਹੋ ਗਈ ਨੀਲੀ। ਤੇ ਦੂਸਰੀ ਜਿਹੜੀ ਰਾਵੀ ਦੇ ਬਾਰੇ ਵੀ ਤੁਸੀਂ ਦੱਸੋ ਤਾਂ। ਰਾਵੀ ਅਸਲ ਜਿਹੜੀ ਰਾਵੀ ਹੈ ਨਾ ਉਹ ਹੁਣ ਕਿਤਾਬਾਂ 'ਚ ਹੀ ਰਹਿ ਗਈ ਹੈ। ਰਾਵੀ ਨਸਲ ਖਤਮ ਹੋ ਗਈ ਹੈ ਬਿਕੋਜ਼ ਇਹਨਾਂ ਰਾਵੀ ਵਾਲੇ ਨੇ ਨਾ ਨੀਲੀ ਤੇ ਬੁੱਲ ਲੈ ਕੇ ਜਾਂਦੇ ਰਹੇ, ਕ੍ਰਾਸ ਕਰਾਉਂਦੇ ਰਹੇ ਨੇ, ਠੀਕ ਹੈ। ਤੇ ਵੈਸੇ ਜਿਹੜੀ ਹੈ ਨਾ ਤੁਹਾਡੀ ਰਾਵੀ ਮੱਝ ਉਹਦਾ ਸਿਰ ਵੱਡਾ ਹੁੰਦਾ ਹੈ, ਖੁੱਲੇ ਉਹਦੇ ਸਿੰਗ ਹੁੰਦੇ ਨੇ ਵੱਡੇ, ਉਹਨੂੰ ਫਿਸ਼ ਹੁੱਕ ਸਿੰਗ ਕਹਿੰਦੇ ਨੇ, ਠੀਕ ਹੈ ਨਾ, ਇੰਗਲਿਸ਼ ਵਿੱਚ ਫਿਸ਼ ਹੁੱਕ ਹੌਰਨਸ। ਤੇ ਕੋਲੀ ਦੀ ਵੱਡੀ ਹੁੰਦੀ ਹੈ, ਮੋਟੀ ਚਮੜੀ ਵਾਲੀ ਮੱਝ ਹੁੰਦੀ ਹੈ ਤੇ ਪੂਛਲੀ ਦਾ ਚੰਗਾ ਮੋਟਾ ਹੁੰਦਾ, ਠੀਕ ਹੈ। ਤੇ ਦੂਸਰਾ ਚੰਗੀ ਵੱਡੀ ਮੱਝ ਹੁੰਦੀ ਹੈ, ਪਿੱਛੂ ਬੜੀ ਖੁੱਲੀ ਮੱਝ ਹੁੰਦੀ ਹੈ, ਵੱਡੀਆਂ ਅੱਡਾਂ ਵਾਲੀ ਮੱਝ ਹੁੰਦੀ ਹੈ, ਠੀਕ ਹੈ ਨਾ। ਲੱਤਾਂ ਉਹਦੀਆਂ ਚੰਗੀਆਂ ਮੋਟੀਆਂ ਹੁੰਦੀਆਂ ਨੇ, ਵੱਡੀ ਸਹੀ ਜਿਹੜੀ ਹੈ ਮੱਝ ਹੁੰਦੀ ਹੈ ਉਹ। ਚੋਈ ਸਾਹਿਬ ਜਿਹੜੀ ਨੀਲੀ ਦੀ ਹੈ ਮੱਝ ਜਿਹੜੀ ਇਹਦੀ ਕੀ ਖੂਸੀਅਤ ਹੈ, ਇਹਦੇ ਬਾਰੇ ਵੀ ਜ਼ਰਾ ਸ਼ੇਅਰ ਕਰੋ ਤੁਸੀਂ ਆਪਣੇ ਸੁਣਨ ਵਾਲਿਆਂ ਨੂੰ। ਨੀਲੀ ਦੀ ਸਕਿਨ ਕਿਹੋ ਜਿਹੀ ਹੁੰਦੀ ਹੈ, ਕਿਸ ਤਰ੍ਹਾਂ ਦੀ ਲੁੱਕ ਹੁੰਦੀ ਹੈ ਤੇ ਇਹਦਾ ਦੁੱਧ ਸ਼ੁੱਧ ਦਾ ਕੀ ਰਿਕਾਰਡ ਹੁੰਦਾ ਹੈ? ਸਕਿਨ ਤੇ ਜ਼ਾਹਿਰ ਹੈ ਨੀਲੀ ਦੀ ਪਤਲੀ ਚਮੜੀ ਵਾਲੀ ਮੱਝ ਹੁੰਦੀ ਹੈ, ਠੀਕ ਹੈ। ਤੁਸੀਂ ਪਤਾ ਆਮ ਮੰਡੀ ਤੇ ਮੱਝ ਤੱਕਦੇ ਹੋ ਜਾ ਕੇ ਤੇ ਪਹਿਲਾਂ ਉਹਦੀ ਸਕਿਨ ਹੀ ਵੇਖਦੇ ਹੋ ਨਾ, ਠੀਕ ਹੈ। ਬਈ ਇਹ ਬੁੱਢੇ ਵੀ ਕਹਿੰਦੇ ਬਰੀਕ ਚਮੜੀ ਵਾਲੀ ਮੱਝ ਲੈਣੀ ਚਾਹੀਦੀ ਹੈ, ਠੀਕ ਹੈ। ਇਹਦਾ ਜ਼ਿਆਦਾ ਇਹ ਹੈ ਕਿ ਜਿਹੜੀ ਨੀਲੀ ਮੱਝ ਹੈ ਨਾ ਇਹ ਦੁੱਧ ਲੌਂਗ ਟਾਈਮ ਦਿੰਦੀ ਹੈ, ਠੀਕ ਹੈ। ਇਹ ਇੱਕ ਸੂਏ ਦੀ ਦੂਸਰੇ ਸੂਏ ਤੱਕ ਜਿਹੜਾ ਨਾ ਇਹਦਾ ਡਰਾਈ ਪੀਰੀਅਡ ਥੋੜ੍ਹਾ ਹੁੰਦਾ ਹੈ। ਇਹ ਇਹਦੀ ਜਿਹੜੀ ਹੈ ਨਾ ਇਹ ਨੀਲੀ ਦੀ ਹੈ ਮੱਝ ਦੀ ਇਹਦੀ ਐਵਰੇਜ ਥੋੜ੍ਹੀ ਘੱਟ ਹੋਵੇ ਦੁੱਧ ਦੀ ਰਾਵੀ ਨਾਲੋਂ, ਠੀਕ ਹੈ। ਮਗਰ ਇਹ ਦੁੱਧ ਜਿਹੜਾ ਲੌਂਗ ਟਰਮ ਦਿੰਦੀ ਹੈ ਤੇ ਦੂਸਰਾ ਡਰਾਈ ਪੀਰੀਅਡ ਇਹਦਾ ਬਹੁਤ ਥੋੜ੍ਹਾ ਹੈ ਜਾਂ। ਤੇ ਇਹ ਜਿਹੜੀ ਤੁਸੀਂ ਨੀਲੀ ਦੀ ਤੇ ਰਾਵੀ ਸਾਡੇ ਬੰਦਿਆਂ ਦੇ ਨੇ, ਇਹਨੂੰ ਤੁਸੀਂ ਬਰੀਡ ਕਰਨਾ ਵਾ ਇਹਦੇ ਬਾਰੇ ਕੋ ਦੱਸੋ ਭਾਈ। ਜਿਹੜਾ ਝੋਟਾ ਵਾ ਇਨਸਾਨ ਹੈ ਕਿਸ ਤਰ੍ਹਾਂ ਦਾ ਲੈਣਾ ਚਾਹੀਦਾ ਹੈ ਤੇ ਇਹਨਾਂ ਦਾ ਜਿਹੜਾ ਉਹ ਕ੍ਰਾਸ ਹੈ ਕਿਸ ਤਰ੍ਹਾਂ ਕਰਾਉਣਾ ਚਾਹੀਦਾ? ਹਾਂ, ਇਹ ਪਹਿਲਾਂ ਮੈਂ ਤੁਹਾਨੂੰ ਦੱਸਾਂ ਜਿਹੜੀ ਰਾਵੀ ਹੈ ਨਾ ਮੱਝ, ਠੀਕ ਹੈ। ਰਾਵੀ ਦੁੱਧ ਜ਼ਿਆਦਾ ਦਿੰਦੀ ਹੈ, ਠੀਕ ਹੈ, ਕਿ ਤੇ 16 17 18 ਕਿਲੋ ਤੱਕ ਚਲੀ ਜਾਏਗੀ ਪੀਕ ਤੇ। ਮਗਰ ਉਹ ਆਪਣਾ ਜਿਹੜਾ ਉਹਦਾ ਦੁੱਧ ਦਾ ਟਾਈਮ ਹੈ ਨਾ ਲੈਕਟੇਸ਼ਨ ਇੱਕ ਸੂਏ ਤੋਂ ਦੂਸਰੇ ਸੂਏ ਤੱਕ ਉਹਦਾ ਡਰਾਈ ਪੀਰੀਅਡ ਜ਼ਿਆਦਾ ਹੁੰਦਾ, ਠੀਕ ਹੈ। ਨੀਲੀ ਨਾਲ ਕੰਪੇਅਰ ਕਰੋ ਤੇ ਸਹੀ ਹੈ ਨਾ। ਉਹ ਕਿਆ ਪਤਾ ਇੱਕ ਪੀਕ ਤੇ ਗਈ ਹੈ, ਕ੍ਰਾਸ ਹੋ ਗਈ, ਇੱਕਦਮ ਗਿਰ ਗਈ ਹੈ ਤੇ ਬਸ 2 ਮਹੀਨੇ ਬਾਅਦ ਡਰਾਈ ਹੋ ਜਾਏ। ਇਹ ਫਿਰ ਇਸ ਵਾਸਤੇ ਇਹਨਾਂ ਜਿਹੜੇ ਰਾਵੀ ਵਾਲੇ ਸਨ ਨਾ ਇਹਨਾਂ ਸਾਡੇ ਜਿਹੜੇ ਨਾ ਬੁੱਲਸ ਨੀਲੀ ਦੀ ਲੈ ਕੇ ਗਏ ਨੇ। ਅਗਰ ਫਰਜ਼ ਕਰੋ ਅੱਜ ਕੱਲ੍ਹ ਤੇ ਰਾਵੀ ਤੇ ਮੱਝ ਹੈ ਹੀ ਕੋਈ ਨਹੀਂ ਨਾ, ਨੀਲੀ ਰਾਵੀ ਹੈ, ਠੀਕ ਹੈ। ਤੁਹਾਡੇ ਕੋਲ ਕੋਈ ਅੱਛੀ 18 ਕਿਲੋ ਵਾਲੀ ਨੀਲੀ ਰਾਵੀ ਮੱਝ ਹੈ, ਸਹੀ ਹੈ। ਉਹ ਤੁਸੀਂ ਅੱਛਾ ਜਿਹਾ ਬੁੱਲ ਪਿਓਰ ਨੀਲੀ ਲੈ ਲਓ, ਠੀਕ ਹੈ ਨਾ। ਅੱਛਾ ਜੈਨੇਟਿਕਸ ਤੁਹਾਡੇ ਆ ਗਏ ਮੱਝ ਦੇ 18 ਕਿਲੋ ਵਾਲੇ, ਲੌਂਗ ਟਰਮ ਜਿਹੜਾ ਦੁੱਧ ਨੀਲੀ ਦੀ ਦਿੰਦੀਆਂ ਉਹ ਤੁਹਾਡਾ ਬੁੱਲ ਆ ਗਿਆ, ਠੀਕ ਹੈ ਨਾ। ਉਹ ਜਿਹੜੇ ਤੁਸੀਂ ਕ੍ਰਾਸ ਕਰਾਓਗੇ ਨਾ ਤੇ ਉਹ ਸ਼ਾਇਦ ਤੁਹਾਡੀ ਪਰਫੈਕਟ ਝੋਟੀ ਨਿਕਲ ਆਵੇ, ਕੱਟੀ ਬਣ ਜਾਏ, ਠੀਕ ਹੈ। ਅਗਰ ਉਸ ਕੱਟੀ ਦੇ ਜੈਨੇਟਿਕਸ ਮਾਂ ਦੇ ਜੈਨੇਟਿਕਸ ਹੋ ਜਾਣ ਜ਼ਿਆਦਾ ਦੁੱਧ ਦੇ ਤੇ ਐਵਰੇਜ ਜ਼ਿਆਦਾ ਮਿਲਕ ਪੀਰੀਅਡ ਦੇ ਨੀਲੇ ਦੀ ਆ ਜਾਏ ਤੇ ਉਹ ਤੁਹਾਡੀ A ਕਲਾਸ ਜਿਹੜੀ ਹੈ ਨਾ ਤੁਹਾਡੀ ਝੋਟੀ ਬਣ ਜਾਏਗੀ। ਇਹ ਜ਼ਿਆਦਾਤਰ ਜਿਹੜੇ ਵੱਡੇ ਵੱਡੇ ਬਰੀਡਰ ਨੇ ਨਾ ਅੱਜ ਕੱਲ੍ਹ ਇਸੇ ਤਰ੍ਹਾਂ ਹੀ ਕਰ ਰਹੇ ਨੇ, ਨੀਲੀ ਰਾਵੀ ਦੀਆਂ ਟੌਪ ਕਲਾਸ ਦੀਆਂ ਮੱਝਾਂ ਚੂਜ਼ ਕਰਦੇ ਨੇ ਤੇ ਟੌਪ ਕਲਾਸ ਦੇ ਨੀਲੀ ਤੇ ਪਿਓਰ ਨੀਲੀ ਦੇ ਬੁੱਲ ਲੈ ਆਉਂਦੇ ਨੇ ਤੇ ਇਸ ਤਰ੍ਹਾਂ ਜਿਹੜੇ ਨੇ ਇੱਕ ਪਰਫੈਕਟ ਨੀਲੀ ਰਾਵੀ ਹੈ ਬਰੀਡ ਕਰ ਰਹੇ ਨੇ ਅੱਜ ਕੱਲ੍ਹ ਮੱਝਾਂ। ਤੇ ਇਹ ਜਿਹੜੀ ਨੀਲੀ ਰਾਵੀ ਹੈ ਨਾ ਵੈਸੇ ਜਿਹੜੀ ਨੀਲੀ ਰਾਵੀ ਹੈ ਇਹ ਰੋਬ ਵਾਲੀ ਮੱਝ ਹੈ, ਕੱਦ ਬਹੁਤ ਅੱਛਾ, ਪਿੱਛੂ ਖੁੱਲੀ ਚੈੜੀ, ਠੀਕ ਹੈ ਨਾ। ਚੱਡਾ ਇਹਨਾਂ ਦਾ ਕਾਫੀ ਜਗ੍ਹਾ ਹੁੰਦੀ ਹੈ ਚੱਡੇ ਵਾਸਤੇ, ਪੁੱਠਾ ਇਹਨਾਂ ਦਾ ਅੱਛਾ ਹੁੰਦਾ ਹੈ, ਚੈੜਾ ਪੁੱਠਾ ਹੁੰਦਾ ਹੈ। ਸੋ ਇਹਦੀ ਵਜ੍ਹਾ ਨਾਲ ਜ਼ਿਆਦਾ ਬੰਦੇ ਨੀਲੀ ਰਾਵੀ ਇਸ ਤਰ੍ਹਾਂ ਦੀ ਪਸੰਦ ਕਰਦੇ ਨੇ। ਚੋਈ ਸਾਹਿਬ ਜਿਹੜਾ ਬੁੱਲ ਜਾਂ ਸੰਡਾ ਲੈਣਾ ਅਸੀਂ ਨੀਲੀ ਤੇ ਰਾਵੀ ਨੂੰ ਕ੍ਰਾਸ ਕਰਨ ਵਾਸਤੇ ਤਾਂ ਉਹਦੀ ਥੋੜ੍ਹੀ ਜਿਹੀ ਖਸੂਸੀਅਤ ਦੱਸੋ ਨਾ, ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਤੇ ਕਿਹਦੇ ਕੋਲ ਲੈਣਾ ਚਾਹੀਦਾ? ਉਹਦਾ ਰਿਕਾਰਡ ਚੈੱਕ ਕਰਨ ਵਾਸਤੇ ਜਾਂ ਉਹਦਾ
ਜਿਹੜੀ ਉਹਦੀ ਸੰਡੇ ਦੀ ਮਾਂ ਹੈ ਉਹ ਕਿਤਨਾ ਦੁੱਧ ਦਿੰਦੀ ਹੈ ਵੈ, ਉਹਦੇ ਬਾਰੇ ਥੋੜੀ ਤਫਸੀਲ ਨਾਲ ਦੱਸੋ ਤੁਸੀਂ। ਦੇਖੋ ਸਾਡਾ ਜਿਹੜਾ ਹੈ ਨਾ ਬੁੱਲ, ਉਹ ਤੇ ਤੁਸੀਂ ਹਮੇਸ਼ਾ ਪਿਓਰ ਨੀਲੀ ਦਾ ਹੀ ਲੈਣਾ ਚਾਹੀਦਾ, ਠੀਕ ਹੈ। ਇਹ ਵੱਡੇ ਬਰੀਡਰ ਵੀ ਇਹੀ ਸਕੂਲ ਆਫ ਥੋਟ ਫਾਲੋ ਕਰ ਰਹੇ ਨੇ, ਸਹੀ ਹੈ ਨਾ। ਤੁਸੀਂ ਵੱਡੇ ਵੱਡੇ ਬਰੀਡਰਾਂ ਕੋਲ ਅਗਰ ਜਾਓਗੇ ਨਾ, ਹੁਤਿਆਣਾ ਸਾਹਿਬ ਹੋ ਗਏ, ਰੱਥ ਹੋ ਗਏ, ਫੈਮਿਲੀ ਖੋਖਰ ਹੋ ਗਏ, ਬਲੋਚ ਹੋ ਗਏ, ਇੱਕ ਸ਼ਾਹ ਸਾਹਿਬ ਨੇ, ਇਸ ਤਰ੍ਹਾਂ ਦੇ ਜਿਹੜੇ ਨੇ, ਰਫੀਕ ਗੁੱਜਰ ਹੋ ਗਏ, ਠੀਕ ਹੈ। ਇਹਨਾਂ ਕੋਲ ਤੁਸੀਂ ਜਾਓਗੇ ਤੇ ਇਹਨਾਂ ਕੋਲ ਆਪਣੀਆਂ ਪੁਰਾਣੀਆਂ ਨਸਲਾਂ ਨੇ ਮੱਝਾਂ ਦੀਆਂ, ਠੀਕ ਹੈ। ਇੱਕ ਮੱਲਾ ਫੈਮਿਲੀ ਸੀ, ਉਹ ਬਲਕਿ ਉਹ ਫੌਤ ਹੋ ਗਏ, ਉਹਨੇ ਇੱਕ ਬੋਦਲਾ ਫੈਮਿਲੀ, ਉਹਨਾਂ ਦੀਆਂ ਮੱਝਾਂ ਲੈ ਲਈਆਂ ਨੇ। ਇਹਨਾਂ ਕੋਲ ਸਾਰੀਆਂ ਆਪਣੀਆਂ 100-100 200 ਸਾਲ ਦੀਆਂ ਜਨਰੇਸ਼ਨ ਮੱਝਾਂ ਚੱਲ ਰਹੀਆਂ ਨੇ, ਠੀਕ ਹੈ। ਉੱਥੋਂ ਤੁਸੀਂ ਅਗਰ ਕੱਟਾ ਲਓ ਦੇ ਨਾ, ਉਹ ਨਾਨੀ, ਦਾਦੀ, ਦਾਦਾ ਸਭ ਕੁਝ ਉਹਨਾਂ ਕੋਲ ਉੱਥੇ ਹੀ ਹੁੰਦਾ ਹੈ, ਠੀਕ ਹੈ। ਮਿਲਕ ਰੈਕੋਰਡ ਤੁਹਾਨੂੰ ਪਤਾ ਚੱਲ ਜਾਂਦਾ ਹੈ। ਇਹ ਨੇ ਤੁਹਾਡੇ ਟੌਪ ਬਰੀਡਰ। ਹਾਂ, ਇੱਕ ਚੀਜ਼ ਦਾ ਖਿਆਲ ਰੱਖਣਾ ਚਾਹੀਦਾ, ਜਿਹੜੇ ਮੈਨੂੰ ਸਈਦ ਹੁਤਿਆਣਾ ਸਾਹਿਬ ਨੇ ਦੱਸਿਆ ਸੀ ਕਿ ਅਗਰ ਬੇਸ਼ੱਕ 20 ਕਿਲੋ ਵਾਲੀ ਮੱਝ ਹੈ ਨਾ, ਤੇ ਅਗਰ ਉਹਨੂੰ ਸਾੜੂ ਪੈ ਗਿਆ ਨਾ, ਉਹਦਾ ਕੱਟਾ ਨਾ ਲਓ, ਠੀਕ ਹੈ। ਇਹ ਪ੍ਰੂਵ ਹੋਇਆ ਨੀਲੀ 'ਚ। ਇਸ ਤਰ੍ਹਾਂ ਦੀ ਇੱਕ ਮੱਝ ਸੀ ਤੇ ਉਹਦਾ ਕੱਟਾ ਉਹਨਾਂ ਘਰ ਦਿਆਂ ਰੱਖ ਲਿਆ, ਠੀਕ ਹੈ। ਉਹ ਬੁੱਲ ਬਣਿਆ, ਉਹਨੇ ਕ੍ਰਾਸ ਕੀਤੀਆਂ ਮੱਝਾਂ, ਤੇ ਉਹ 4 ਝੋਟੀਆਂ ਨੂੰ, ਜਿਹੜੀਆਂ ਉਹਦੀਆਂ ਝੋਟੀਆਂ ਸਨ, ਉਹਨੂੰ ਸਾੜੂ ਪੈ ਗਿਆ ਸੀ ਫਿਰ, ਠੀਕ ਹੈ। ਇਹ 2 ਚੀਜ਼ਾਂ ਜਿਹੜੀਆਂ ਨੇ ਤੁਹਾਨੂੰ ਫਿਰ ਖਿਆਲ ਰੱਖਣਾ ਪੈਂਦਾ, ਠੀਕ ਹੈ। ਤੇ ਬਾਕੀ ਇਹ ਨੀਲੀ ਏਰੀਆ 'ਚ ਇਹ ਜਿਹੜੇ ਬੜੇ ਬਰੀਡਰ ਇਹਨਾਂ ਕੋਲ ਆਪਣੀਆਂ ਮੱਝਾਂ ਸਾਰੀਆਂ ਘਰ ਹੀ ਹੁੰਦੀਆਂ ਨੇ, ਇਹ ਵੇਚਦੇ ਕੋ ਨਹੀਂ। ਸੋ ਉਹ ਤੁਹਾਨੂੰ ਸਾਰੀ ਹਿਸਟਰੀ ਮਿਲ ਜਾਂਦੀ ਹੈ। ਬਲਕਿ ਉਹਦੀ ਮਾਂ ਦਾ ਦੁੱਧ ਮਿਲਕ ਰੈਕੋਰਡ ਚੈੱਕ ਕਰਨਾ ਚਾਹੀਦਾ, ਉਹਦਾ ਦੁੱਧ ਕਿਤਨਾ ਅਰਸਾ ਉਹ ਦਿੰਦੀ ਹੈ, ਠੀਕ ਹੈ। ਡਰਾਈ ਦਾ ਪੀਰੀਅਡ ਕਿੰਨਾ ਹੈ, ਇਸ ਤਰ੍ਹਾਂ ਦੀ ਚੀਜ਼ਾਂ। ਬਲਕਿ ਇਹਨਾਂ ਨੀਲਿਆਂ ਕੋਲ ਤਾਂ ਉਸ ਕੱਟੇ ਦੀ ਨਾਨੀ ਵੀ ਉੱਥੇ ਹੋਣੀ ਹੈ, ਠੀਕ ਹੈ ਨਾ। ਇਤਨਾ ਸ਼ੌਂਕ ਹੈ ਉਹਨਾਂ ਨੂੰ ਮੱਝਾਂ ਦਾ, ਠੀਕ ਹੈ। ਨਾਨੀ, ਦਾਦੀ ਸਭ ਉਹਨਾਂ ਕੋਲ ਹੁੰਦਾ ਹੈ। ਸੋ ਇਹ ਬੁੱਲ ਸਿਲੈਕਸ਼ਨ ਜਿਹੜਾ ਨਾ, ਤੁਹਾਨੂੰ ਕੋਸ਼ਿਸ਼ ਕਰੋ ਕਿ ਪਿਓਰ ਨੀਲੀ ਜਾਂ ਤਕਰੀਬਨ 80% ਨੀਲੀ ਤੁਹਾਨੂੰ ਮਿਲ ਜਾਏ, ਤੇ ਫਿਰ ਤੁਹਾਡਾ ਪਰਫੈਕਟ ਕ੍ਰਾਸ ਹੁੰਦਾ। ਅੱਛੀ ਨੀਲੀ ਰਾਵੀ ਮੱਝ ਹੋਵੇ ਤੇ ਪਿਓਰ ਨੀਲੀ ਜਿਹੜਾ ਨਾ ਬੁੱਲ, ਤੇ ਪਰਫੈਕਟ ਤੁਹਾਡੀਆਂ ਫਿਰ ਝੋਟੀਆਂ ਬਣਨਗੀਆਂ। ਚੋਈ ਸਾਹਿਬ, ਇਹ ਵੀ ਦੱਸੋ ਤੁਸੀਂ ਆਪਣੇ ਸੁਣਨ ਵਾਲਿਆਂ ਨੂੰ ਤੇ ਸਾਰੇ ਮੈਂਬਰਾਂ ਨੂੰ ਕਿ ਅਗਰ ਅਸੀਂ ਚੰਗੀ ਨਸਲ ਦਾ ਸੰਡਾ ਜਾਂ ਝੋਟਾ ਲੈਣਾ ਵਾ ਜਾਂ ਕੱਟਾ ਲੈਣਾ ਵਾ, ਠੀਕ ਹੈ, ਆਪਣੀ ਬਰੀਡ ਕਰਨ ਵਾਸਤੇ, ਤਾਂ ਉਹ ਕਿਤਨਾ ਆਸਾਨੀ ਨਾਲ ਮਿਲ ਸਕਦਾ ਹੈ, ਤੇ ਉਹਦੇ ਵਾਸਤੇ ਤੁਹਾਨੂੰ ਕੀ ਐਫਰਟ ਕਰਨੀ ਪਵੇਗੀ, ਤਾਂ ਉਹਦਾ ਰੇਟ ਕੀ ਹੋਵੇਗਾ, ਫਾਰ ਐਗਜ਼ਾਮਪਲ ਵਾ ਕਿਤਨੇ ਦਾ ਮਿਲ ਸਕਦਾ ਹੈ। ਥੋੜਾ ਜਿਹਾ ਬੰਦਿਆਂ ਨੂੰ ਗਾਈਡ ਕਰੋ ਨਾ, ਕਿ ਸਾਡੇ ਬੰਦੇ ਜਿਹੜੇ ਨੇ ਉਹ ਮੁੰਮਨ ਨਹੀਂ ਆਦੇ ਨੇ ਭਾਈ ਬਸ ਝੋਟਾ ਵਾ ਜਾ ਕੇ ਮੰਡੀ ਤੇ ਲੈ ਲਓ, ਤੁਸੀਂ ਸੋਹਣਾ ਤੱਕੋ, ਕੁੰਡਾ ਤੱਕੋ, ਲਿਆ ਕੇ ਮੱਝਾਂ ਆਪਣੀਆਂ ਬਰੀਡ ਕਰ ਲਓ। ਇਹਦੇ ਬਾਰੇ ਥੋੜੀ ਜਿਹੀ ਗਾਈਡ ਕਰੋ, ਕੋਈ ਝੋਟਾ ਲੈਣ ਵਾਸਤੇ ਤੁਹਾਨੂੰ ਕਿਹੜੀ ਕਿਹੜੀ ਚੀਜ਼ ਚੈੱਕ ਕਰਨੀ ਹੈ ਤੇ ਕਿੱਥੋਂ ਲੱਭੇਗਾ ਤੁਹਾਨੂੰ, ਉਹਦੀ ਵੈਸੇ ਪ੍ਰਾਈਸ ਕੀ ਹੋਵੇਗੀ ਚੰਗੇ ਝੋਟੇ ਦੀ ਵੈਸੇ ਐਵਰੇਜ। ਨਹੀਂ, ਝੋਟਾ ਦੇਖੋ, ਪਹਿਲੀ ਤਾਂ ਗੱਲ ਹੈ ਤੁਸੀਂ ਮੰਡੀ ਦੀ ਝੋਟਾ ਲੈਂਦੇ, ਤੁਹਾਨੂੰ ਤੇ ਜੈਨੇਟਿਕਸ ਦਾ ਹੀ ਨਹੀਂ ਪਤਾ ਹੈ, ਠੀਕ ਹੈ। ਉਹ ਤੁਸੀਂ ਝੋਟਾ ਲੈ ਆਉਂਦੇ ਹੋ, ਕੀ ਪਤਾ ਉਹ ਪੂਰਾ ਜਿਹੜਾ ਪੂਰੇ ਗ੍ਰਾਂ ਦਾ ਮਾਲ ਹੀ ਖਰਾਬ ਕਰ ਸਕੇ, ਫਿਊਚਰ 5 ਸਾਲ ਬਾਅਦ ਸਾਰਾ ਜ਼ਾਇਆ ਹੀ ਹੋ ਜਾਏ, ਠੀਕ ਹੈ ਨਾ। ਝੋਟਾ ਤਾਂ ਹਮੇਸ਼ਾ ਨਸਲੀ ਲੈਣਾ ਚਾਹੀਦਾ ਨਾ। ਤੇ ਹੁਣ ਨੀਲੀ ਵਿੱਚ ਅਸੀਂ ਬਲੋਚਾਂ ਦੇ ਘਰ ਗਏ ਸਾਂ, ਉਹਨਾਂ ਕੋਲ ਨਿੱਕੇ ਨਿੱਕੇ ਕੱਟੀ ਹੈ 2-2 3-3 ਮਹੀਨਿਆਂ ਦੇ। ਉਹ ਮੈਨੂੰ ਪਿਆਖਣ ਸਾਨੂੰ ਤੇ ਪਿਛਲੇ ਹਫ਼ਤੇ ਆਏ ਸਨ ਤੇ ਲੱਖ ਰੁਪਈਆ ਦਿੰਦੇ, ਅਸੀਂ ਨਹੀਂ ਦਿੱਤੇ ਹਨ। ਉਹ ਇਸ਼ਾਰਾ ਕਰਨ ਲੱਗੇ ਸਨ ਕਿ ਠੀਕ ਹੈ ਅਸੀਂ ਲੱਖ ਦਾ ਦੇ ਦਿਆਂਗੇ, ਠੀਕ ਹੈ। ਅਗਲੇ ਦਿਨ ਇੱਕ ਦੋਸਤ ਦੱਸਣ ਲੱਗਿਆ ਸੀ ਵੀ 40,000 ਦਾ ਕੱਟਾ ਉਹਨਾਂ ਲਿਆ ਇੱਕ ਦਿਨ ਦਾ। ਉਹ ਮੁੱਲ ਤੇ ਆਪਣੀ ਮਰਜ਼ੀ ਦਾ ਪਾਉਂਦੇ ਨਾ, ਠੀਕ ਹੈ। ਤੇ ਅੱਗੋਂ ਤੁਹਾਡੀ ਆਪਣੀ ਮਰਜ਼ੀ ਹੈ। ਝੋਟੇ 1.5 ਸਾਲ ਪਹਿਲਾਂ ਮੈਂ ਗਿਆ ਸੀ ਤੇ ਕੋਈ 30,000 ਦਾ ਝੋਟਾ ਸੀ, ਕੱਟਾ ਜਿਹਾ ਉਹਨਾਂ ਕੋਲੇ। 80,000 ਤੱਕ ਅਸੀਂ ਆਫਰ ਕੀਤਾ, ਉਹਨਾਂ ਨਹੀਂ ਦਿੱਤਾ ਆ। ਤੇ ਇਹ ਨੀਲੀ ਦੇ ਬੁੱਲ ਫਿਰ 4-4 ਲੱਖ ਦੇ ਵੀ ਹੈ ਨੇ, 4.5 ਲੱਖ ਦੇ ਵੀ ਹੈ ਨੇ, 2 ਲੱਖ ਦਾ ਵੀ ਹੈ। ਇਹ ਤੇ ਫਿਰ ਤੁਸੀਂ, ਮੈਂ ਆਈਡੀਆ ਦੇਣਾ, ਤੁਸੀਂ 2-4 ਵਾਰੀ ਨੀਲੀ ਏਰੀਆ ਜਾਓ, ਫਿਰੋ ਟੁਰੋ, ਥੋੜਾ ਝਾਕਾ ਖੋਲੇ, ਬਰੀਡਰਾਂ ਨੂੰ ਮਿਲੋ ਜਾ ਕੇ, ਤੇ ਇਸ ਤਰ੍ਹਾਂ ਤੁਹਾਡੀ ਥੋੜੀ ਜਿਹੀ ਵਾਕਫੀਤ ਬਣੇ, ਫਿਰ ਤੁਸੀਂ ਲੈ ਲਓ। ਜ਼ਾਹਿਰ ਕੀਮਤ ਦੇਣੀ ਜੇ ਨਾ, ਅੱਛੀ ਚੀਜ਼ ਦੀ ਪ੍ਰਾਈਸ ਤੇ ਹੁੰਦੀ ਹੈ। ਚੋਈ ਸਾਹਿਬ, ਇਹ ਵੀ ਦੱਸੋ ਤੁਸੀਂ, ਆਪਣੇ ਜਿਹੜੇ ਸੁਣਨ ਵਾਲੇ ਨੇ, ਕੁਝ ਸਾਡੇ ਬੰਦੇ ਨੇ ਭਰਾ ਜਿਹੜੇ ਨੇ, ਠੀਕ ਹੈ, ਨਵੇਂ ਡੇਅਰੀ ਦਾ ਕੰਮ ਸਟਾਰਟ ਕਰ ਰਹੇ ਨੇ, ਉਹਨਾਂ ਨੂੰ ਇਹ ਕੋਈ ਨਹੀਂ ਪਤਾ ਹੁੰਦਾ ਵੀ ਇਹ ਨੀਲੀ ਰਾਵੀ ਜਿਹੜੀ ਭੈਂਸ ਹੈ ਇਹ ਕਿਹੜੀ ਜਗ੍ਹਾ 'ਤੇ ਮਿਲਦੀ ਹੈ, ਇਹਨਾਂ ਦੇ ਵੈਸੇ ਮੁਮਨ ਇਲਾਕੇ ਕਿਹੜੇ ਕਿਹੜੇ ਨੇ, ਥੋੜਾ ਜਿਹਾ ਇਸ ਬਾਰੇ 'ਚ ਗਾਈਡ ਕਰੋ ਨਾ। ਜਿਹੜੇ ਵੱਡੇ ਬਰੀਡਰ ਨੇ, ਐਕਸਪਰਟ ਨੇ ਨਾ, ਉਹ ਨੀਲੀ ਨੂੰ ਐਜ਼ ਅ ਡੇਅਰੀ ਬਫਲੋ ਗਿਣਦੇ ਨੇ, ਠੀਕ ਹੈ। ਬਈ ਇਹ ਡੇਅਰੀ ਵਾਲੀ ਮੱਝ ਹੈ, ਠੀਕ ਹੈ ਨਾ। ਸੋ ਉਹ ਤੁਸੀਂ ਜਿਹੜਾ ਸਾਰਾ ਨੀਲੀ ਬਾਰ ਹੈ ਨਾ, ਨੀਲੀ ਬੈਲਟ, ਉੱਥੋਂ ਤੁਹਾਨੂੰ ਦਰਿਆ ਤੇ ਅੱਗੇ ਪਿੱਛੇ ਸਾਰੀ ਇਹ ਨੀਲੀ ਨਸਲੀ ਮਿਲਦੀ ਹੈ। ਬੂਰੇ ਵਾਲਾ, ਗਾਰਿਕ ਵਾਲਾ, ਪਾਕ ਪਤਨ, ਚਿਸ਼ਤੀਆਂ, ਲੁੱਡਨ, ਇਹ ਸਾਰਾ ਜੋ ਏਰੀਆ ਨਾ,
ਇੱਥੋਂ ਤੁਹਾਨੂੰ ਇਹ ਮੱਝਾਂ ਮਿਲਣਗੀਆਂ, ਠੀਕ ਹੈ। ਇਹਨਾਂ ਦੀ ਇਹ ਹੈ ਕਿ ਬਿਕੋਜ਼ ਇਹ ਲੌਂਗ ਟਰਮ ਦੁੱਧ ਦਿੰਦੀਆਂ ਨੇ, ਇੱਕ ਸੂਏ ਤੋਂ ਦੂਸਰੇ ਸੂਏ ਤੱਕ ਜਿਹੜਾ ਨਾ ਇਹ ਤੁਹਾਨੂੰ ਦੁੱਧ ਜ਼ਿਆਦਾ ਦੇਣਗੀਆਂ, ਠੀਕ ਹੈ, ਲੰਮਾ ਟਾਈਮ। ਇਹਦਾ ਡਰਾਈ ਪੀਰੀਅਡ ਥੋੜ੍ਹਾ ਹੁੰਦਾ ਹੈ, ਇਸ ਵਾਸਤੇ ਇਹ ਬੰਦੇ ਇਹ ਮੱਝ ਲੈਂਦੇ ਨੇ। ਜੇ ਇਹਦਾ ਮਤਲਬ ਹੈ ਜੋ ਸਭ ਤੁਹਾਡਾ ਕਿ ਜਿਹੜੀ ਨੀਲੀ ਦੀ ਮੱਝ ਹੈ ਇਹ ਤਕਰੀਬਨ ਪ੍ਰੈਗਨੈਂਟ ਹੋਣ ਤੋਂ ਬਾਅਦ 7 ਜਾਂ 6-7 ਮਹੀਨੇ ਲਗਾਤਾਰ ਦੁੱਧ ਦੇਦੀ, ਠੀਕ ਹੈ, ਚਾਹੇ ਥੋੜਾ ਦੇ। ਪਰ ਰਾਵੀ ਦੀ ਜਿਹੜੀ ਹੈ ਉਹ ਸਟਾਰਟ ਵਿੱਚ ਜ਼ਿਆਦਾ ਦੁੱਧ ਦੇਦੀ, 16-18 ਤੱਕ ਦੇਦੀ, ਪਰ ਉਹਦਾ ਐਂਡ ਪੀਰੀਅਡ ਜਿਹੜਾ ਉਹ ਡ੍ਰੌਪ ਹੋ ਜਾਏਗਾ, ਜਦੋਂ ਕ੍ਰਾਸ ਹੋ ਗਈ ਫਿਰ ਡ੍ਰੌਪ ਕਰ ਜਾਏਗੀ। ਤੇ ਉਹਦੇ ਹਿਸਾਬ ਤੇ ਫਿਰ ਐਵਰੇਜ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਐਵਰੇਜ ਮਿਲਕ ਜਿਹੜਾ ਪਰ ਲੋਕੇਸ਼ਨ ਦਾ ਪਰ ਸੂਏ ਦਾ ਉਹ ਨੀਲੀ ਦਾ ਜਿਹੜਾ ਰਾਵੀ ਵਾਲੀ ਨਾਲੋਂ ਜ਼ਿਆਦਾ ਵਾ। ਹਾਂ, ਮਗਰ ਅਗਰ ਤੁਸੀਂ ਫਿਊਚਰ 'ਚ ਇਹਨੂੰ बढ़ाना ਚਾਹੁੰਦੇ ਹੋ ਨਾ ਹੋਰ, ਠੀਕ ਹੈ ਨਾ, ਤੇ ਫਿਰ ਤੁਸੀਂ ਕਿਹਨੂੰ ਆਖੀਦਾ ਅੱਛੀ ਨੀਲੀ ਰਾਵੀ ਮੱਝ ਲਓ ਨਾ, ਠੀਕ ਹੈ। ਫਰਜ਼ ਕਰੋ 18 ਕਿਲੋ ਵਾਲੀ ਤੁਸੀਂ ਮੱਝ ਲੈ ਲੈਂਦੇ ਹੋ, ਸਹੀ ਹੈ। ਹੁਣ ਨੀਲੀ ਮੱਝ ਨੇ 18 ਕਿਲੋ ਦੁੱਧ ਤੇ ਨਹੀਂ ਨਾ ਦੇਣਾ ਹੈ, ਤੇ ਉਹ ਜਦੋਂ ਤੁਸੀਂ ਨੀਲੀ ਬੁੱਲ ਨਾਲ ਕ੍ਰਾਸ ਕਰੋਗੇ ਨਾ, ਅਗਰ ਉਹਦੇ ਮਦਰ ਦੇ ਜੈਨੇਟਿਕਸ ਆ ਜਾਣ ਨਾ 18 ਕਿਲੋ ਵਾਲੇ, ਤੇ ਬੁੱਲ ਦੇ ਜੈਨੇਟਿਕਸ ਆ ਜਾਣ ਲੰਮੇ ਅਰਸੇ ਵਾਲੇ, ਠੀਕ ਹੈ, ਤੇ ਉਹ ਤੁਹਾਡੀ 18 ਕਿਲੋ ਵਾਲੀ ਮੱਝ ਵੀ ਬਣ ਜਾਏਗੀ ਜਿਹੜੀ ਫਿਊਚਰ 'ਚ ਹੋਵੇ ਦੀ ਕੱਟੀ, ਠੀਕ ਹੈ ਨਾ, ਤੇ ਉਹ ਲੌਂਗ ਪੀਰੀਅਡ ਵੀ ਦੁੱਧ ਦੇਗੀ, ਠੀਕ ਹੈ। ਇਸ ਤਰ੍ਹਾਂ ਤੁਸੀਂ ਇਹਨੂੰ ਆਪਣੀ ਜਿਹੜੀ ਨੈਕਸਟ ਜਨਰੇਸ਼ਨ ਇਹਨੂੰ ਨਸਲ ਨੂੰ ਵਧਾਉਣਾ ਹੈ ਨਾ, ਬਿਹਤਰ ਕਰਨਾ ਹੈ, ਠੀਕ ਹੈ। ਇਹ ਕ੍ਰਾਸ ਇਹ ਪਰਫੈਕਟ ਕ੍ਰਾਸ ਹੈ, ਅਗਰ ਇਹ ਕੋਈ ਬੰਦਾ ਗੱਲ ਸਮਝ ਸਕੇ ਤੇ, ਠੀਕ ਹੈ। ਤੇ ਹਿਸਾਬ ਤੁਸੀਂ ਇਹ ਵੀ ਦੱਸੋ ਆਪਣੇ ਸੁਣਨ ਵਾਲੇ ਭਾਈਆਂ ਨੂੰ ਕਿ ਤੁਸੀਂ ਪਾਕਿਸਤਾਨ ਜਾਂਦੇ ਹੋ ਤਕਰੀਬਨ ਸਾਲ 'ਚ 1-2 ਚੱਕਰ ਲਗਾਉਂਦੇ ਹੋ, ਠੀਕ ਹੈ। ਹਾਂਜੀ। ਤੇ ਤੁਹਾਡਾ ਕਿਹੜੇ ਬਰੀਡਰਾਂ ਨਾਲ ਮੁਲਾਕਾਤ ਹੋਈ ਅੱਜ ਤੋੜੀ, ਕਿਹੜੇ ਤੁਹਾਡੇ ਤਜਰਬਾਤ ਨੇ ਉਹਨਾਂ ਦੇ, ਉਹਦਾ ਸ਼ੇਅਰ ਕਰੋ ਨਸਾਰ ਜਿਹੜੇ ਮੇਨ ਬਰੀਡਰ ਨੇ ਪਾਕਿਸਤਾਨ ਵਿੱਚ ਇਸ ਵਕਤ, ਠੀਕ ਹੈ। ਮੈਂ ਮਾਸ਼ਾਅੱਲਾ ਇੱਥੇ ਪਹਿਲਾਂ ਲਾਹੌਰ ਆਪਣੇ ਫਰਕ ਭੱਟੀ ਸਾਹਿਬ ਨੇ, ਠੀਕ ਹੈ, ਗਾਲਬ ਭਾਈ ਨੇ, ਚੌਧਰੀ ਆਸ਼ਿਕ ਗੁੱਜਰ ਨੇ, ਇਹ ਆਪਣੇ ਦੋਸਤ ਨੇ, ਇਹਨਾਂ ਨੂੰ ਮਿਲਦੇ ਆ ਰਵੀ ਦਾ। ਫਿਰ ਬਾਕੀ 1-2 ਗੁੱਜਰ ਫੈਮਲੀਆਂ ਨੇ ਲਾਹੌਰ ਬੜੇ ਉਹਨਾਂ ਮੱਝਾਂ ਰੱਖੀਆਂ ਨੇ ਨੀਲੀ ਦੀਆਂ, ਉੱਥੇ ਗਏ ਹਾਂ। ਨੀਲੀ ਏਰੀਏ 'ਚ ਸਈਦ ਹੁਤਿਆਨਾ ਸਾਹਿਬ ਕੋਲ ਅਸੀਂ ਜਾ ਕੇ ਠਹਿਰਨੀ ਉਹਨਾਂ ਕੋਲ ਹਾਂ, ਠੀਕ ਹੈ। ਰੱਥਾਂ ਦੇ ਡੇਰੇ 'ਤੇ ਗਏ ਹਾਂ ਅਸੀਂ, ਬਲੋਚਾਂ ਦੇ ਗਏ ਹਾਂ। ਇਹ ਬਲੋਚ ਤੇ ਬੜਾ ਵੱਡਾ ਨਾਂ ਹੈ ਅੱਜ ਕੱਲ੍ਹ। ਇਹਨਾਂ ਦੀ ਪਹਿਲਾਂ ਇੱਕ ਸਫਦਰ ਸ਼ਾਹ ਹੁੰਦਾ ਸੀ ਨੀਲੀ, ਹੀ ਵਾਜ਼ ਕਿੰਗ ਆਫ ਨੀਲੀ ਸੀ ਉਹ, ਠੀਕ ਹੈ ਨਾ। ਉਹ ਤੇ ਫੌਤ ਹੋ ਗਏ ਨੇ, ਕੋਈ 10-12 ਸਾਲ ਹੋ ਗਏ ਨੇ, ਮਗਰ ਮੈਂ ਲਾਸਟ ਟਾਈਮ ਉਹਨਾਂ ਦੇ ਡੇਰੇ ਗਿਆ ਸੀ, ਮੈਂ ਡੇਰਾ ਤੋਂ ਉਹਨਾਂ ਤੱਕ ਆ ਵੀ ਹੈ ਨਾ, ਹੁਣ ਤੇ ਕੋਈ 10-12 ਮੱਝਾਂ ਆਏ ਨੇ ਉਹਨਾਂ ਕੋਲ, ਉਹ ਕੁਛ ਨਹੀਂ ਰਹਿ ਗਿਆ। ਉਹ ਕਿੰਗ ਆਫ ਨੀਲੀ ਸਨ, ਠੀਕ ਹੈ। ਤੇ ਬਾਕੀ ਅਗਰ ਤੁਸੀਂ ਰਾਵੀ ਸਾਈਡ ਚਲੇ ਜਾਓ, ਫੈਸਲਾਬਾਦ ਬੜੇ ਬਰੀਡਰ ਨੇ ਹੁਣ, ਸ਼ਫੀਕ ਸ਼ਾਹ ਸਾਹਿਬ ਨੇ, ਇੱਕ ਰਫੀਕ ਗੁੱਜਰ ਨੇ, ਉਹਨਾਂ ਦਾ ਤੇ ਡੇਰਾ ਗੁਜਰਾਂ ਦਾ ਇੰਟਰਨੈਟ 'ਤੇ ਵੀ ਹੈ। ਸੋ ਇਸ ਤਰ੍ਹਾਂ ਕਰਕੇ ਇਹ ਬਹੁਤ ਹਾਈ ਲੈਵਲ ਦੇ ਬਰੀਡਰ ਨੇ ਮਾਸ਼ਾਅੱਲਾ। DSP ਫਰੂਕ ਔਂਦਲ ਨੇ, ਇਹ ਉਹਨਾਂ ਕੋਲ ਬਹੁਤ ਜ਼ਿਆਦਾ ਮੱਝਾਂ ਨੇ। ਡੋਗਰ ਨੇ ਮੁਲਤਾਨ ਵਾਲੇ, ਬਲਕਿ ਪਿਛਲੇ ਸਾਲ ਡੋਗਰ ਜਿਹੜੇ ਨੇ ਉਹਨਾਂ ਰਫੀਕ ਫਰੂਕ ਔਂਦਲ ਸਾਹਿਬ ਕੋਲ 5 ਮੱਝਾਂ ਵਾਲੀਆਂ ਨੇ 7-7 ਲੱਖ ਦੀਆਂ, ਠੀਕ ਹੈ ਨਾ, ਉਹ ਇਸ ਲੈਵਲ ਦੇ ਨੇ। ਹਾਂਜੀ। ਚੋਈ ਸਾਹਿਬ ਤੁਸੀਂ ਇਹ ਵੀ ਦੱਸੋ ਕਿ ਜਨਾਬ ਤੁਸੀਂ ਅੱਜ ਸਈਦ ਹੁਤਿਆਨਾ ਸਾਹਿਬ ਨੂੰ ਜਿਹੜੇ ਪਾਕਿਸਤਾਨ ਵਿੱਚ ਇਸ ਵਕਤ ਮੰਨੇ ਜਿਹੜੇ ਨੇ ਮੱਝਾਂ ਦੇ ਬਰੀਡਰ ਨੇ, ਠੀਕ ਹੈ, ਹਾਂਜੀ, ਤੇ ਉਹਨਾਂ ਦੇ ਤਜਰਬਾਤ ਦੱਸੋ। ਉਹਨਾਂ ਨੇ ਕੋਈ ਤੁਹਾਡੇ ਨਾਲ ਮਾਲੂਮਾਤ ਸ਼ੇਅਰ ਕੀਤੀ ਹੈ ਤੇ ਉਹਨਾਂ ਦੀਆਂ ਜਿਹੜਾ ਤੁਸੀਂ ਮੱਝਾਂ ਜਾ ਕੇ ਤੱਕੀਆਂ ਨੇ ਤੇ ਕੀ ਮਹਿਸੂਸ ਕੀਤਾ, ਕਿਹੋ ਜਿਹੀਆਂ ਮੱਝਾਂ ਨੇ ਉਹਨਾਂ ਦੀਆਂ? ਨਹੀਂ, ਮੱਝਾਂ ਉਹਨਾਂ ਦੀਆਂ ਮਾਸ਼ਾਅੱਲਾ ਖੂਬਸੂਰਤ ਨੇ। ਉਹਨਾਂ ਦੇ ਬਲੱਡ ਟੈਸਟਿਡ ਕਰਾਏ ਨੇ, ਪਿਓਰ ਨੀਲੀ ਨੇ ਉਹਨਾਂ ਦੀਆਂ, ਠੀਕ ਹੈ ਨਾ। ਇਹਨਾਂ ਦੀਆਂ ਪੁਰਾਣੀਆਂ ਚੱਲ ਰਹੀਆਂ ਨੇ, ਬਲਕਿ ਉਹਨਾਂ ਦੇ ਨਾਨਾ ਜਾਨ ਨੇ ਬਫਲੋ ਦਾ ਕੰਪੀਟੀਸ਼ਨ ਵੀ ਜਿੱਤੇ ਸਨ ਦਿੱਲੀ ਜਾ ਕੇ ਨਾ, 1942 ਵਿੱਚ ਮੈਨੂੰ ਸ਼ੱਕ ਹੈ। ਉਹਨਾਂ ਦੀ ਖੂਬਸੂਰਤੀ 'ਚ ਮੱਝ ਆਈ ਸੀ। ਤੇ ਇਸ ਤਰ੍ਹਾਂ ਕਰਕੇ ਤੇ ਇਹ ਸਾਰਾ ਸਕੂਲ ਆਫ ਥੋਟ ਅਸੀਂ ਫਿਰ ਜਿਹੜੇ 2 ਦਿਨ ਉਹਨਾਂ ਕੋਲ ਠਹਿਰਨੇ ਆ ਨਾ, ਬਸ ਸਾਡਾ ਮੱਝਾਂ ਦੀ ਗੱਪ ਰਹਿੰਦੀ ਹੈ ਤੇ ਉਹਨਾਂ ਕੋਲ ਸਿੱਖਦੇ ਰਹਿੰਦੇ ਹਾਂ ਅਸੀਂ, ਠੀਕ ਹੈ। ਜਿਸ ਤਰ੍ਹਾਂ ਜਿਹੜਾ ਬੁੱਲ ਹੈ ਸਪੈਸ਼ਲੀ, ਉਹਦੀ ਮਾਂ ਮਿਲਕ ਰੈਕ ਚੈੱਕ ਕਰੋ, ਉਹਦੀ ਨਾਨੀ ਦਾ ਚੈੱਕ ਕਰੋ, ਠੀਕ ਹੈ। ਕੋਈ ਭੈੜੇ ਜੈਨੇਟਿਕਸ ਨਾ ਹੋਣ ਉਹਦੇ ਬੁੱਲ ਵਾਲੀ ਸਾਈਡ 'ਤੇ ਜਾਂ ਮਾਂ ਵਾਲੀ ਸਾਈਡ 'ਤੇ, ਇਸ ਤਰ੍ਹਾਂ ਕਰਕੇ ਸਾੜੂ ਦੀ ਮਾਂ ਨੂੰ ਨਾ ਹੋਵੇ, ਠੀਕ ਹੈ ਨਾ। ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨਾ, ਇਹ ਅਸੀਂ ਫਿਰ ਬੜੀ ਗੱਪਸ਼ਪ ਲੱਗਦੀ ਹੈ। 2 ਦਿਨ ਅਸੀਂ ਸਾਡਾ ਇਹੀ ਕੰਮ ਹੁੰਦਾ ਹੈ। ਤੇ ਇਹਨਾਂ ਕੋਲ ਮਾਸ਼ਾਅੱਲਾ ਇੱਕ ਬੁੱਲ ਸੀ ਘਰ ਦਾ, ਉਹਦਾ ਬਲਕਿ ਇੱਕ ਸਿੰਘ ਉੱਪਰ ਸੀ, ਇੱਕ ਨੀਚੇ। ਉਹਨਾਂ ਨੂੰ ਕੀ ਕਹਿੰਦੇ ਨੇ, ਉਹ ਤਾਕ ਤਲਵਾਰ। ਹਾਂ। ਤੇ ਉਹ ਮਾਰਦਾ ਬੜਾ ਆ। ਇਹਨਾਂ ਵੇਚ ਦਿੱਤਾ ਐਨੀਵੇ। ਉਹ 5 ਸਾਲਾਂ ਬਾਅਦ ਇਹਨਾਂ ਦਾ ਘਰ ਫੇਰ ਆ ਗਿਆ, ਠੀਕ ਹੈ। ਇਹਨਾਂ ਕੋਈ ਹਫਤਾ ਡੇਢ ਰੱਖਿਆ, ਇਹਨਾਂ ਵੀ ਵੇਚ ਰਹੇ ਨੇ, ਆਖੇ ਮਾਰਦਾ, ਸ਼ਾਇਦ ਬੁੱਚਰਾਂ ਨੂੰ ਦੇ ਦਿੱਤਾ। ਉਹ ਪਿੱਛੋਂ ਫੋਨ ਆ ਗਿਆ ਬਈ, ਜਿਨ੍ਹਾਂ ਪਹਿਲੇ ਘਰਾਂ ਖੜਿਆ ਸੀ ਨਾ 5 ਸਾਲ ਪਹਿਲੇ,
ਉਹ ਸਾਡੀਆਂ ਤੇ ਝੋਟੀਆਂ ਹੁਣ ਸੂਪੀਆਂ ਤੇ 20-20 ਕਿਲੋ ਦੁੱਧ ਦੇਣ ਲੱਗ ਪਈਆਂ, ਝੋਟਾ ਕਿੱਧਰ ਗਿਆ ਉਹ ਇਹਨਾਂ ਆਖਿਆ ਅਸੀਂ ਤੇ ਉਹ ਮਾਰਦਾ ਬੜਾ ਆ, ਇਹ ਬਸ ਦੇ ਦਿੱਤਾ, ਠੀਕ ਹੈ। ਇਸ ਤਰ੍ਹਾਂ ਕਰਕੇ ਉਹਨਾਂ ਕੋਲ ਮਾਸ਼ਾਅੱਲਾ ਅੱਛੀ ਬਰੀਡ ਹੈ, ਪੁਰਾਣੀ ਆਪਣੀ ਘਰ ਦੀ ਬਰੀਡ ਹੈ, ਪਿਓਰ, ਕੋਈ ਸ਼ੱਕ ਨਹੀਂ ਹੈ। ਹਾਂਜੀ ਚੋਈ ਸਾਹਿਬ, ਤੁਸੀਂ ਦੂਸਰਾ ਆਪਣੇ ਤੁਹਾਡੇ ਦੋਸਤ ਨੇ ਫਰਖ ਬਸ਼ੀਰ ਭੱਟੀ, ਉਹ ਵੀ ਜਿਹੜੇ ਨੇ ਪਾਕਿਸਤਾਨ ਦੇ ਟਾਪ ਬਰੀਡਰ ਨੇ, ਉਹਨਾਂ ਕੋਲ ਤੁਸੀਂ ਜਾਂਦੇ ਹੋ ਤਾਂ ਉਹਨਾਂ ਦਾ ਤਜਰਬਾਤ, ਉਹਨਾਂ ਦੇ ਮਾਲ ਡੰਗਰ ਤੁਸੀਂ ਤੱਕਿਆ ਵਾ, ਤੇ ਕਿੰਨੀਆਂ ਜਿਹੀਆਂ ਉਹਨਾਂ ਕੋਲ ਮੱਝਾਂ ਨੇ, ਉਹਨਾਂ ਦੇ ਝੋਟੇ ਕੈਸੇ ਨੇ? ਝੋਟਾ ਉਹਨਾਂ ਲਈ ਹੈ ਇੱਕ ਇਹ ਮੱਲਾ ਫੈਮਿਲੀ ਦੀ ਨਾ ਬਰੀਡ ਕੋਲੋਂ, ਹੁਣ ਤਾਂ ਬੋਦਲਾ ਫੈਮਿਲੀ ਜਿਹੜੀ ਉਹ ਉਹਨਾਂ ਕੋਲ ਹੈ, ਉਹਨਾਂ ਦੀ ਨਸਲ, ਉਹਨਾਂ ਦਾ ਰੱਤਾ ਝੋਟਾ ਉਹਨਾਂ ਲਈ ਹੈ, ਠੀਕ ਹੈ। ਤੇ ਫਰਕ ਭਾਈ ਜਿਹੜੇ ਨਾ ਉਹ ਫਸਟ ਕਲਾਸ ਨੀਲੀ ਰਾਵੀ ਮੱਝਾਂ ਜਿਹੜੀਆਂ ਨਾ ਲੈ ਕੇ ਆਉਂਦੇ ਨੇ, ਠੀਕ ਹੈ। ਉਹ ਕਹਿੰਦੇ ਨੇ ਵੀ ਮੱਝ ਦਾ ਅੱਛਾ ਆਰਡਰ ਹੋਵੇ, ਪਹਿਲੇ ਤੇ ਆਰਡਰ ਦੀ ਗੱਲ ਹੈ ਨਾ, ਠੀਕ ਹੈ, ਇਸ ਤਰ੍ਹਾਂ ਹੀ ਹੈ ਨਾ, ਤੇ ਫਿਰ ਬਾਕੀ ਅਟੈਚਮੈਂਟਸ ਨਾਲ ਹੋਣੇ ਚਾਹੀਦੇ ਨੇ, ਠੀਕ ਹੈ। ਤੇ ਉਹਨਾਂ ਦੀ ਮਾਸ਼ਾਅੱਲਾ ਸਿਲੈਕਸ਼ਨ ਬਹੁਤ ਅੱਛੀ ਹੈ, A1 ਉਹਨਾਂ ਦੀ ਸਿਲੈਕਸ਼ਨ ਹੈ, ਠੀਕ ਹੈ। ਤੇ ਉਹ ਇੱਕ ਬੰਦਾ ਜਿਹੜਾ ਕਹਿੰਦੇ ਨੇ ਕਿ ਮੈਂ ਪਿਓਰ ਬਫਲੋ ਹੀ ਰੱਖਣੀਆਂ ਨੇ ਮੇਰੇ ਯਾਰ, ਮੈਂ ਦੁੱਧ ਇੱਥੋਂ ਹੀ ਇਹਦਾ ਹੀ ਵੇਚਣਾ, ਇਹਨਾਂ ਨੂੰ ਬਰੀਡ ਕਰਨਾ ਤੇ ਪ੍ਰੋਫਿਟੇਬਲ ਬਿਜ਼ਨਸ ਬਣਾਉਣੀ ਹੈ, ਉਹ ਇਹਨਾਂ ਦਾ ਚੈਲੰਜ ਹੈ। ਤੇ ਮਾਸ਼ਾਅੱਲਾ ਉਹਨਾਂ ਕੋਲ ਨੌਲੇਜ ਬਹੁਤ ਜ਼ਿਆਦਾ ਹੈ। ਦੂਸਰੇ ਆਪਣੇ ਸਾਡੇ ਗੁੱਜਰ ਬਰਾਦਰੀ ਦੇ ਚੌਧਰੀ ਆਸ਼ਿਕ ਗੁੱਜਰ ਸਾਹਿਬ ਨੇ, ਉਹਨਾਂ ਕੋਲ ਬੜੀ ਬੜੀ ਸੋਹਣੀ ਮੱਝ ਦੱਸਦੇ ਨੇ ਭਾਈ, ਤੇ ਬੜੇ ਟਾਪ ਦੇ ਬਰੀਡਰ ਨੇ, ਉਹਨਾਂ ਕੋਲ ਤੁਸੀਂ ਗਏ ਹੋ, ਵਿਜ਼ਿਟ ਕੀਤੀ ਹੈ, ਕਾਫੀ ਦਫਾ ਗਏ ਹੋ? ਹਾਂ ਬਿਲਕੁਲ, ਉਹਨਾਂ ਕੋਲ ਮਾਸ਼ਾਅੱਲਾ ਬਹੁਤ ਅੱਛੀਆਂ ਮੱਝਾਂ ਨੇ। ਉਹ ਪਹਿਲੇ ਤੇ ਨੀਲੀ ਰੱਖੀਆਂ, ਉਹਨੂੰ ਨਾਲ ਨੀਲੀ ਕ੍ਰਾਸ ਲੈਣ ਲੱਗ ਪਏ ਨੇ, ਵੱਡੀਆਂ ਮੱਝਾਂ ਜ਼ਿਆਦਾ ਦੁੱਧ ਵਾਲੀਆਂ, ਠੀਕ ਹੈ ਨਾ, ਮੇਬੀ ਉਹ ਕੋਈ ਮੇਲੇ ਸ਼ੇਲੇ ਵਾਸਤੇ ਤਿਆਰ ਕਰ ਰਹੇ ਨੇ, ਤੇ ਉਹਨਾਂ ਦਾ ਥੋੜਾ ਜਿਹਾ ਸਕੂਲ ਆਫ ਥੋਟ ਚੇਂਜ ਹੋ ਗਿਆ, ਮਗਰ ਉਹ ਨੀਲੀ ਰਾਵੀ ਜਿਹੜੀ ਇਹਨਾਂ ਰੱਖਦੇ ਨੇ, ਟੌਪ ਕਲਾਸ ਦੀਆਂ ਮੱਝਾਂ ਚੋਈ ਸਾਹਿਬ ਲੈਂਦੇ ਨੇ ਜਾਂ। ਤੇ ਦੂਸਰਾ ਇੱਕ ਪਾਕਿਸਤਾਨ ਵਿੱਚ ਬਹੁਤ ਮਸ਼ਹੂਰ ਨੇ ਇਸ ਵਕਤ ਜਿਹੜੇ ਨੇ ਉਹ ਮਿਲਕ ਜਿਹੜੀਆਂ ਮੱਝਾਂ ਨੂੰ ਉਹਨਾਂ ਨੂੰ ਕੰਪੀਟੀਸ਼ਨ ਤੇ ਖੜਦੇ ਨੇ, ਠੀਕ ਹੈ। ਤੇ ਤਕਰੀਬਨ ਹਰ ਦਫਾ ਉਹਨਾਂ ਦੀ ਜਿਹੜੀ ਹੈ ਮੱਝ ਵਿੰਨੀ ਹੁੰਦੀ ਹੈ, ਦੂਸਰੇ ਨੰਬਰ ਤਾਂ ਆਉਂਦੀ ਹੈ, ਤੇ ਦੁੱਧ ਦੇ ਲਿਹਾਜ਼ ਤੇ ਬਹੁਤ ਟਾਪ ਤੇ ਜਾ ਰਹੀਆਂ ਨੇ ਜਨਾਬ ਬੱਚੂ ਬਲੋਚ ਸਾਹਿਬ, ਚੰਗਤੀ ਇਹਨਾਂ ਦਾ ਤਲਕ ਹੈ। ਤੇ ਉਹਨਾਂ ਨਾਲ ਤੁਹਾਡੀ ਮੁਲਾਕਾਤ ਸ਼ਾਇਦ ਹੋਈ ਹੈ, ਤੁਹਾਡੇ ਉਹ ਦੇ ਫਾਰਮ ਤੇ ਵੀ ਆਏ ਨੇ, ਵਿਜ਼ਿਟ ਕੀਤੀ ਨੇ, ਤਾਂ ਥੋੜਾ ਜਿਹਾ ਉਹਨਾਂ ਦੇ ਬਾਰੇ ਸ਼ੇਅਰ ਕਰੋ, ਉਹਨਾਂ ਨਾਲ ਤੁਹਾਡੀ ਕੈਸੀ ਗੱਲਬਾਤ ਹੋ ਰਹੀ ਹੈ, ਤੇ ਕਿ ਉਹਨਾਂ ਨੇ ਤੁਹਾਨੂੰ ਕੋਈ ਟਿਪਸ ਦਿੱਤੀਆਂ ਨੇ? ਮੈਂ ਉਹਨਾਂ ਨੂੰ ਆਪਣੇ ਘਰ ਬੁਲਾਇਆ ਸੀ, ਇੱਕ ਮੈਂ ਝੋਟੀ ਲਈ, ਤੇ ਕਾਫੀ ਅੱਛੀ ਝੋਟੀ, ਤੇ ਮੈਂ ਸੋਚਿਆ ਉਹਨਾਂ ਨੂੰ ਚਲੋ ਬੁਲਾ ਕੇ ਪੁੱਛਣਾ ਵੀ ਇਹਦਾ ਕੋਈ ਇੰਪਰੂਵਮੈਂਟ ਹੋ ਸਕਦੀ ਹੈ ਜਾਂ ਰੱਖਣ ਦੇ ਕਾਬਲ ਵੀ ਹੈ ਕਿ ਨਹੀਂ। ਤੇ ਉਹਨਾਂ ਨੂੰ ਬੜੀ ਪਸੰਦ ਆਈ। ਤੇ ਅੱਛੂ ਬਲੋਚ ਸਾਰੇ ਮੇਲੇ ਦੀਆਂ ਮੱਝਾਂ ਤਿਆਰ ਕਰਦੇ ਨੇ, ਠੀਕ ਹੈ। ਤੇ ਇਹਨਾਂ ਦਾ ਆਪਣਾ ਇੱਕ ਟੈਕਟ ਹੈ, ਇਸ ਤਰ੍ਹਾਂ ਉਹ ਜਿਸ ਤਰ੍ਹਾਂ ਬਰੀਡਿੰਗ ਵਗੈਰਾ ਉਹਨਾਂ ਦਾ ਹਿਸਾਬ ਹੈ। ਤੇ ਅੱਛੂ ਬਲੋਚ ਹਾਂ, ਇੱਕ ਉਹਨਾਂ ਮੈਨੂੰ ਗੱਲ ਦੱਸੀ, ਉਹਨਾਂ ਆਖਿਆ ਵੀ ਪੂਰਾ ਸਾਲ ਮੱਝ ਬੇਸ਼ੱਕ ਡਰਾਈ ਵੀ ਹੋ ਜਾਣਾ, ਤਾਂ ਇਹਨੂੰ 1 ਕਿਲੋ ਮਕਈ ਡੇਲੀ ਪਾਓ, ਠੀਕ ਹੈ ਨਾ, ਗ੍ਰਾਈਂਡ ਕਰਕੇ। ਤੇ ਉਹ ਅਸੀਂ ਪਾਈਆਂ ਹੁੰਦੀਆਂ ਬਸ।